ਵਾਹਿਗੁਰੂ ਸਾਹਿਬ ਜੀ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੁਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬਿਰਥਾ ਵਿਹਾਏ। ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੈ ਕਟ ਵਸਿਓ ਹਰਿ ਨਾਮ। ਨਾਨਕ ਤਾਕੈ ਬਲ ਬਲ ਜਾਓ। ਰਾਮ ਸਿਮਰ ਰਾਮ ਸਿਮਰ, ਇਹ ਤੇਰੇ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੋਗੀ ਸਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਜ਼ਾਰਾ ਜ਼ਹੂਰ ਹਾਜ਼ਰਾ ਹਜੂਰ, ਸਰਵ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦਾ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ। ਵਡਭਾਗੇ ਹੋ, ਸਤਿਗੁਰੂ ਜੀ ਨੇ ਦਇਆ ਮਿਹਰ ਕੀਤੀ ਹੈ। ਜੀਵਨ ਦਾ ਬਹੁਤ ਹੀ ਅਨਮੋਲ ਪਿਆਰਾ ਸਮਾਂ ਪਾਤਸ਼ਾਹ ਜੀ ਨੇ ਸਫਲ ਕਰਨ ਦਾ ਮੌਕਾ ਬਖਸ਼ਿਆ। ਜ਼ਿੰਦਗੀ ਦਾ ਸਮਾਂ ਇੱਕ ਮੌਕਾ ਹੈ, ਬਾਲਪਨ ਇੱਕ ਮੌਕਾ ਹੈ, ਜਵਾਨੀ ਇੱਕ ਮੌਕਾ ਹੈ, ਬੁਢਾਪਾ ਇੱਕ ਮੌਕਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਵੀ ਹਰ ਚੀਜ਼ ਦਾ ਮੌਕਾ ਹੁੰਦਾ, ਸਮਾਂ ਹੁੰਦਾ। ਬਾਲਪਨ ਦਾ ਆਪਣਾ ਸਮਾਂ, ਜੋਗਣ ਦਾ ਆਪਣਾ ਸਮਾਂ, ਬੁਢਾਪੇ ਦਾ ਆਪਣਾ ਸਮਾਂ। ਪਰ ਇਹ ਤਿੰਨੇ ਸਮਿਆਂ ਦੇ ਵਿੱਚ ਰੱਬ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜਿਆ ਜਾ ਸਕਦਾ। ਹੋ ਸਕਦਾ ਬਾਕੀ ਜਿਹੜੀਆਂ ਚੀਜ਼ਾਂ ਅਸੀਂ ਆਪਣੀਆਂ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਿਸ ਕਰ ਦਈਏ। ਜੋ ਅਸੀਂ ਬਾਲਪਨ ਵਿੱਚ ਕਰ ਸਕਦੇ ਸੀ, ਜਵਾਨੀ ਵਿੱਚ ਨਾ ਕਰ ਸਕੀਏ। ਜੋ ਜਵਾਨੀ ਵਿੱਚ ਕਰ ਸਕਦੇ ਸੀ, ਬੁਢਾਪੇ ਵਿੱਚ ਨਾ ਕਰ ਸਕੀਏ। ਪਰ ਇੱਕ ਕਾਰਜ ਹੈ ਜਿਹੜਾ ਤਿੰਨੇ ਹੀ ਅਵਸਥਾ ਦੇ ਵਿੱਚ ਕੀਤਾ ਜਾ ਸਕਦਾ ਹੈ, ਉਹ ਹੈ ਪਰਮੇਸ਼ਰ ਰੱਬ ਨੂੰ ਪਾਉਣ ਦਾ, ਸਿਮਰਨ ਭਜਨ ਕਰਨ ਦਾ।
ਇਹ ਕਿਸੇ ਵੀ ਏਜ ਦੇ ਵਿੱਚ, ਉਮਰ ਦੇ ਵਿੱਚ ਜਾਂ ਅਵਸਥਾ ਦੇ ਵਿੱਚ ਇਹ ਸਭ ਕੁਝ ਕੀਤਾ ਜਾ ਸਕਦਾ। ਜੇ ਕੋਈ ਕਰਨਾ ਚਾਹੇ ਤਾਂ ਕੀਤਾ ਜਾ ਸਕਦਾ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ। ਇਹ ਸੱਚ ਦਾ ਕਾਰਜ, ਨਾਮ ਦਾ ਕਾਰਜ, ਚੰਗੇ ਬਣਨ ਦਾ ਕਾਰਜ, ਸੰਸਾਰ ਦੇ ਵਿੱਚ ਵਿਚਰਨ ਦਾ ਕਾਰਜ, ਇਹ ਅਸੀਂ ਕਰ ਸਕੀਏ। ਸੋ ਆਪਣੀ ਮਰਜ਼ੀ ਦੇ ਨਾਲ ਤੇ ਸਭ ਕੁਝ ਨਹੀਂ ਹੁੰਦਾ। ਆਪਣੇ ਇਸ਼ਟ ਭਗਵਾਨ ਰੱਬ ਗੋਡ ਵਾਹਿਗੁਰੂ ਸਤਿਗੁਰ ਦੀ ਸ਼ਰਨ ਦੇ ਵਿੱਚ ਆਉਣਾ ਪੈਂਦਾ। ਗੁਰੂ ਨੂੰ ਸੁਣਨਾ ਪੈਂਦਾ, ਮੰਨਣਾ ਪੈਂਦਾ, ਮਨਾਉਣਾ ਪੈਂਦਾ। ਗੁਰੂ ਦੀ ਬਖਸ਼ਿਸ਼ ਕਿਰਪਾ ਦੇ ਪਾਤਰ ਬਣਨਾ ਪੈਂਦਾ, ਤਾਂ ਇਹ ਗੱਲਾਂ ਸਾਰੀਆਂ ਪੂਰੀਆਂ ਹੁੰਦੀਆਂ। ਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰ ਕਰ ਰਹੇ ਮਨ ਮੇਰੇ। ਕੁੰਭੇ ਬੰਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇੱਕ ਸੰਸਾਰੀ ਗਿਆਨ ਨੂੰ ਅਸੀਂ ਆਮ ਗਿਆਨ ਵੀ ਕਹਿ ਸਕਦੇ ਹਾਂ, ਖਾਸ ਗਿਆਨ ਵੀ ਕਹਿ ਸਕਦੇ ਹਾਂ, ਕਿਸੇ ਵੀ ਚੀਜ਼ ਦਾ। ਉਹ ਗਿਆਨ ਲੈਣ ਦੇ ਲਈ ਕਿਸੇ ਨੂੰ ਟੀਚਰ ਦੇ ਕੋਲ, ਗੁਰੂ ਦੇ ਕੋਲ, ਉਸਤਾਦ ਦੇ ਕੋਲ ਜਾਣਾ ਪੈਂਦਾ। ਜਿਸ ਨੂੰ ਆਤਮਕ ਗਿਆਨ, ਸੱਚਾ ਗਿਆਨ, ਬਹੁਤ ਵੱਡਾ ਗਿਆਨ ਆਖਦੇ ਨੇ ਜਾਂ ਸੁਣਿਆ, ਉਸ ਨੂੰ ਵੀ ਸਾਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਗੁਰੂ ਦੇ ਕੋਲ ਜਾਣਾ ਪਏਗਾ। ਗੁਰੂ ਤੋਂ ਬਗੈਰ ਅੱਜ ਤੱਕ ਕਦੀ ਕਿਸੇ ਨੂੰ ਗਿਆਨ ਮਿਲਿਆ ਨਹੀਂ, ਨਾ ਕਿਸੇ ਨੇ ਦਿੱਤਾ। ਜੇ ਸੰਸਾਰ ਦੇ ਵਿੱਚ ਮਨੁੱਖ ਨੂੰ ਸਫਲਤਾ ਉਸਤਾਦ, ਗੁਰੂ, ਟੀਚਰ ਤੋਂ ਬਗੈਰ ਨਹੀਂ ਮਿਲਦੀ। ਇਹ ਜਿਹੜੀ ਆਤਮਕ ਦੁਨੀਆ ਹੈ, ਆਤਮਕ ਰਸ ਹੈ, ਆਤਮਕ ਗਿਆਨ ਹੈ, ਇਸ ਦੀ ਜਾਣਕਾਰੀ ਵੀ ਜਿਹੜੀ ਹੈ, ਇਹਦਾ ਵੀ ਗਿਆਨ ਜਿਹੜਾ ਹੈ, ਗੁਰੂ ਤੋਂ ਬਗੈਰ ਨਹੀਂ ਮਿਲਦਾ। ਜੋ ਗੁਰਮਤਿ ਜਾਂ ਧਾਰਮਿਕ ਵਿਸ਼ੇ ਦੇ ਨਾਲ ਅੱਜ ਤੱਕ ਟੱਚ ਨਹੀਂ ਹੋਇਆ, ਉਸ ਨੂੰ ਇਹ ਵਿਸ਼ਾ ਸਮਝ ਵਿੱਚ ਨਹੀਂ ਆਉਂਦਾ ਔਰ ਫਾਲਤੂ ਲੱਗਦਾ, ਕਿਸੇ ਕੰਮ ਦਾ ਨਹੀਂ ਲੱਗਦਾ। ਗੁਰਮਤਿ ਦਾ ਵਿਸ਼ਾ, ਧਾਰਮਿਕ ਵਿਸ਼ਾ, ਜੋ ਧਾਰਮਿਕ ਖਿਆਲਾਂ ਵਾਲਾ ਇਨਸਾਨ ਨਹੀਂ ਹੈ, ਜਿਸ ਨੇ ਧਰਮ ਨੂੰ ਕਦੀ ਪੜ੍ਹਿਆ ਨਹੀਂ, ਜਿਸ ਨੇ ਸੱਚ ਨੂੰ ਕਦੀ ਸੁਣਿਆ ਨਹੀਂ, ਕਿਸੇ ਗ੍ਰੰਥ ਨੂੰ ਫੋਲੋ ਕੀਤਾ ਨਹੀਂ, ਉਹਦੇ ਲਈ ਧਾਰਮਿਕ ਗੱਲਾਂ, ਧਾਰਮਿਕ ਲੋਕ, ਧਾਰਮਿਕ ਕਰਮ ਜਾਂ ਗੁਰਮਤਿ ਦੀਆਂ ਗੱਲਾਂ ਜਿਹੜੀਆਂ ਨੇ ਉਹ ਫਾਲਤੂ ਹੋਣਗੀਆਂ। ਜੇ ਉਸ ਦੇ ਸਾਹਮਣੇ ਕੋਈ ਗੱਲਾਂ ਕਰੇਗਾ ਤੇ ਉਹਦੇ ਲਈ ਬਹੁਤ ਵੱਡਾ ਚੈਲੰਜ ਹੋਏਗਾ। ਉਹ ਤਰਕ ਕਰਕੇ ਉਸ ਨੂੰ ਕੱਟਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਉਸ ਦੇ ਬਾਰੇ ਉਸ ਨੂੰ ਗਿਆਨ ਨਹੀਂ, ਉਹਦਾ ਇਹ ਸਬਜੈਕਟ ਨਹੀਂ। ਸੋ ਇਸ ਲਈ ਗੁਰਮਤਿ ਸਾਡਾ ਸਬਜੈਕਟ ਬਣ ਜਾਏ। ਮਹਾਰਾਜ ਦੀ ਕਿਰਪਾ ਹੋਵੇ, ਬਚਪਨ ਤੋਂ ਹੀ ਇਸ ਨੂੰ ਸੰਗਤ ਮਿਲ ਜਾਏ। ਬਚਪਨ ਦੇ ਵਿੱਚ ਸੰਗਤ ਜ਼ਿਆਦਾ ਕਰਕੇ ਉਸ ਨੂੰ ਮਿਲਦੀ ਹੈ ਜਿਸ ਦੇ ਪੇਰੈਂਟਸ, ਮਾਤਾ ਪਿਤਾ ਜਿਹੜੇ ਨੇ, ਉਹ ਗੁਰੂ ਘਰ ਦੇ ਨਾਲ, ਸ਼ਬਦ ਦੇ ਨਾਲ ਜਾਂ ਧਰਮ ਦੇ ਨਾਲ ਜੁੜੇ ਹੋਣਗੇ ਤੇ ਨੈਚੁਰਲੀ ਧਾਰਮਿਕ ਸਿੱਖਿਆ ਜਾਂ ਸੰਸਕਾਰ, ਇਸ ਦੀ ਆਰੰਭਤਾ ਜਿਹੜੀ ਹੈ ਉਹ ਘਰ ਤੋਂ ਹੀ ਹੋ ਸਕਦੀ ਹੈ। ਤੇ ਜੇ ਕਿਸੇ ਦੇ ਘਰ ਦੇ ਵਿੱਚ ਖੁਦ ਵੱਡੇ ਜਿਹੜੇ ਨੇ ਉਹ ਧਾਰਮਿਕ ਖਿਆਲਾਂ ਵਾਲੇ ਨਹੀਂ, ਗੁਰਮਤਿ ਦੇ ਧਾਰਨੀ ਨਹੀਂ, ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਧਾਰਮਿਕ ਖਿਆਲ, ਧਾਰਮਿਕ ਭਾਵਨਾ, ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਦੂਰ ਚਲੀਆਂ ਜਾਣਗੀਆਂ, ਬੜੀਆਂ ਮੁਸ਼ਕਲ ਅੰਦਰ ਪੈਦਾ ਹੋਣਗੀਆਂ, ਬਹੁਤ ਮੁਸ਼ਕਲ। ਫਲ ਉਹ ਹੀ ਪੌਦੇ ਦਿੰਦੇ ਹਨ
ਜਿਨ੍ਹਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਲਿਆ ਜਾਂ ਸਾਂਭਿਆ ਹੁੰਦਾ। ਜਿਸ ਬੂਟੇ ਨੂੰ ਪਾਲਿਆ ਨਾ ਜਾਏ, ਸਾਂਭਿਆ ਨਾ ਜਾਏ, ਉਹ ਵੱਡਾ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਉਸ ਨੂੰ ਫਲ ਤੇ ਕੀ ਲੱਗਣੇ ਹਨ, ਉਹ ਆਪਣਾ ਵਜੂਦ ਹੀ ਖਤਮ ਕਰ ਬੈਠਦਾ। ਮਨੁੱਖ ਨੇ ਜਿਉਂ-ਜਿਉਂ ਆਪਣੀ ਜੀਵਨ ਯਾਤਰਾ ਅੱਗੇ ਵਧਾਉਣੀ ਸੀ, ਇਸ ਨੇ ਮਹਾਨ ਬਣਨਾ ਸੀ। ਮਹਾਨ ਬਣਨ ਦੇ ਲਈ ਮਹਾਨ ਕਾਰਜਾਂ ਦਾ ਹੋਣਾ ਜ਼ਰੂਰੀ ਹੈ, ਕਰਨਾ ਜ਼ਰੂਰੀ ਹੈ। ਮਹਾਨ ਕਾਰਜ ਕਰਨ ਦੇ ਲਈ ਵਿਦਿਆ, ਬਾਹਰਲੀ ਵਿਦਿਆ ਦਾ ਵੀ ਹੋਣਾ ਜ਼ਰੂਰੀ ਹੈ ਤੇ ਰੂਹਾਨੀ ਵਿਦਿਆ ਦਾ ਵੀ ਹੋਣਾ ਜ਼ਰੂਰੀ ਹੈ। ਜੇ ਬੰਦਾ ਪ੍ਰੋਪਰ ਸਾਰੇ ਸੰਸਾਰ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੁੰਦਾ ਜਾਂ ਮਹਾਨ ਬਣਨਾ ਚਾਹੁੰਦਾ ਹੈ, ਤੇ ਉਸ ਨੂੰ ਅੰਦਰੋਂ ਤੇ ਬਾਹਰੋਂ ਦੋਨੇ ਪਾਸਿਓਂ ਆਪਣੇ ਆਪ ਨੂੰ ਬਹੁਤ ਸੁਚੱਜਾ ਸੋਹਣਾ ਬਣਾਉਣਾ ਪਏਗਾ। ਵਿਚਾਰਾਂ ਰਾਹੀਂ, ਸੋਚ ਰਾਹੀਂ, ਤੇ ਫਿਰ ਇਹ ਜੀਵਨ ਦੇ ਵਿੱਚ ਤਰੱਕੀ ਕਰ ਸਕਦਾ, ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ। ਆਓ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਦੀ ਆਰੰਭ ਸ਼ੁਰੂ ਹੈ। ਕਿਰਪਾ ਕਰੇ ਮਹਾਰਾਜ ਜੀ, ਆਰੰਭਤਾ ਹੈ। ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕਰ ਲਈਆਂ ਹਨ, ਸੋ ਦੁਬਾਰਾ ਪੰਕਤੀ ਆਰੰਭ ਕਰਦੇ ਹਾਂ। ਬੜੀ ਪਿਆਰੀ ਪੰਕਤੀ ਹੈ। ਬਿਰਥੀ ਸਾਕਤ ਕੀ ਆਰਜਾ। ਆਰਜਾ ਕਹਿੰਦੇ ਨੇ ਉਮਰ, ਬਿਰਥੀ ਕਹਿੰਦੇ ਹਨ ਵਿਅਰਥ, ਸਾਕਤ ਕਹਿੰਦੇ ਹਨ ਮਨਮੁਖ ਨੂੰ ਵੀ ਕਹਿ ਦਿੰਦੇ ਹਾਂ, ਮਾਇਆ ਧਾਰੀ ਨੂੰ ਵੀ ਕਹਿ ਸਕਦੇ ਹਾਂ। ਮਾਇਆ ਧਾਰੀ ਦਾ ਮਤਲਬ ਪੈਸੇ ਵਾਲੇ ਦੀ ਗੱਲ ਨਹੀਂ ਹੈ। ਜੋ ਸੰਸਾਰ ਦੇ ਮੋਹ ਦੇ ਵਿੱਚ ਵੱਜ ਚੁੱਕਾ, ਨਿਕਲ ਹੀ ਨਹੀਂ ਪਾ ਰਿਹਾ, ਜਾਂ ਤਾਕਤ ਦੇ ਵਿੱਚ, ਮਾਇਆ ਦੇ ਨਸ਼ੇ ਦੇ ਵਿੱਚ, ਮੈਂ ਮੇਰੀ ਦੇ ਵਿੱਚ ਜਿਹੜਾ ਪੈ ਚੁੱਕਾ ਹੈ, ਉਹ ਮਨੁੱਖ ਜਿਹੜਾ ਹੈ ਉਹ ਸਾਕਤ ਦੀ ਕੈਟਾਗਰੀ ਵਿੱਚ ਆ ਸਕਦਾ ਹੈ। ਨਾ ਆਈਏ, ਇਹਦੇ ਲਈ ਗੁਰੂ ਮਹਾਰਾਜ ਜੀ ਸਾਨੂੰ ਦੱਸਣਗੇ। ਸੋ ਮਹਾਰਾਜ ਜੀ ਕਹਿੰਦੇ ਬਿਰਤੀ ਸਾਕਤ ਕੀ ਆਰਜਾ। ਸਾਕਤ ਦੀ ਜਿਹੜੀ ਸਾਰੀ ਉਮਰ ਜਿਹੜੀ ਹੈ ਬੇਅਰਥ ਚਲੀ ਜਾਂਦੀ ਹੈ, ਬੇਅਰਥ। ਸਾਕਤ ਦੀ ਉਮਰ ਜਿਹੜੀ ਹੈ ਉਹ ਬੇਅਰਥ ਚਲੀ ਜਾਂਦੀ ਹੈ। ਭਗਤਾਂ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਹੈ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਸਾਕਤ ਦੀ ਸੰਗਤ ਨਾ ਕੀਤੀ ਜਾਏ, ਜੇ ਉਹ ਦਿਸੇ, ਮਤਲਬ ਨਾਸਤਿਕ ਮਨੁੱਖ, ਉਸ ਦੀ ਸੰਗਤ ਨਾ ਕੀਤੀ ਜਾਏ। ਜੇ ਉਹ ਸਾਨੂੰ ਮਿਲਣ ਦਾ ਯਤਨ ਵੀ ਕਰੇ ਤੇ ਉਸ ਨੂੰ ਮਿਲਣਾ ਨਹੀਂ ਚਾਹੀਦਾ। ਜੇ ਉਹ ਸਾਨੂੰ ਦਿਸੇ ਵੀ ਤੇ ਸਾਨੂੰ ਹਟ ਜਾਣਾ ਚਾਹੀਦਾ। ਮਤਲਬ ਭਈ ਉਹ ਸਾਨੂੰ ਖਰਾਬ ਨਾ ਕਰਦੇ, ਸਾਡੀ ਸੁਰਤੀ ਬਿਰਤੀ। ਕਿਉਂਕਿ ਸਾਕਤ ਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਬਚਨ ਮਨੁੱਖ ਨੂੰ ਬਹੁਤ ਪਰੇਸ਼ਾਨ ਕਰ ਸਕਦਾ, ਉਸ ਦੀ ਅਡੋਲਤਾ, ਇਕਾਗਰਤਾ ਨੂੰ ਖਰਾਬ ਕਰ ਸਕਦਾ। ਇਸ ਕਰਕੇ ਮਾੜੀ ਚੀਜ਼ ਤੋਂ ਦੂਰ ਰਹਿਣਾ ਹੀ ਚੰਗਾ ਹੈ। ਸੋ ਪਾਤਸ਼ਾਹ ਜੀ ਵੀ ਫਰਮਾਨ ਕਰਦੇ ਨੇ, ਗੁਰੂ ਅਰਜਨ ਦੇਵ ਜੀ, ਸਾਕਤ ਦੀ ਜਿਹੜੀ ਆਰਜਾ ਹੈ ਨਾ, ਆਉਦ ਹੈ ਜਾਂ ਉਮਰ ਹੈ, ਉਹ ਬਿਅਰਥ ਜਿਹੜੀ ਹੈ ਨਾ, ਬਿਅਰਥ ਚਲੀ ਜਾਂਦੀ ਹੈ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਦ ਸੋਚਾ। ਮਨੁੱਖ ਆਪਣੇ ਆਪ ਨੂੰ ਜੇ ਪਾਕ ਪਵਿੱਤਰ ਕਰਨਾ ਚਾਹੇ, ਕਦੀ ਵੀ ਕੋਈ ਆਪਣੇ ਆਪ ਨੂੰ ਬਾਹਰੀ ਕਰਮ ਕਾਂਡ ਦੇ ਨਾਲ, ਦੁਨਿਆਵੀ ਵਡਿਆਈਆਂ ਦੇ ਨਾਲ, ਪੈਸੇ ਦੇ ਨਾਲ ਆਪਣੇ ਆਪ ਨੂੰ ਸ਼ੁੱਧ ਪਵਿੱਤਰ ਪਾਕ ਨਹੀਂ ਕਰ ਸਕਦਾ। ਕੋਈ ਆਪਣੇ ਆਪ ਨੂੰ ਕਹੇ ਵੀ ਮੈਂ ਪਵਿੱਤਰ ਹੋ ਜਾਵਾਂ
ਤੇ ਪਵਿੱਤਰ ਹੋਣਾ ਸੌਖਾ ਨਹੀਂ। ਜੋ ਅੰਦਰੋਂ ਝੂਠਾ ਹੈ, ਬਾਹਰੋਂ ਸੁਥਰਾ ਹੈ, ਸਾਫ਼ ਹੈ। ਮਹਾਰਾਜ ਜੀ ਕਹਿੰਦੇ ਉਹ ਜੂਏਬਾਜ਼ ਹੈ। ਜਿਉ ਮੈਲੇ ਬਾਹਰੋਂ ਨਿਰਮਲ, ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਹੈ ਨਾਮ ਉੱਤਮ, ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲੇ। ਇਹ ਸਾਖਤ ਤੇ ਮਨਮੁਖ ਦੀ ਗੱਲ ਹੈ। ਉਸਨੇ ਵੇਦਾਂ ਗ੍ਰੰਥਾਂ ਦੇ ਵਿੱਚੋਂ ਜੋ ਗਿਆਨ ਹੈ ਉਸਨੂੰ ਪ੍ਰਾਪਤ ਨਹੀਂ ਕਰਨਾ। ਉਸਨੇ ਇਹ ਸਮਝਣਾ ਵੀ ਮੈਂ ਹੀ ਬਹੁਤ ਵੱਡਾ ਗਿਆਨੀ ਹਾਂ, ਮੈਨੂੰ ਜੋ ਨੌਲੇਜ ਹੈ, ਗਿਆਨ ਹੈ, ਇਹ ਸਭ ਤੋਂ ਉੱਪਰ ਹੈ। ਇਸ ਕਰਕੇ ਉਹ ਦੂਸਰੇ ਦੇ ਗਿਆਨ ਨੂੰ ਤੁੱਛ ਸਮਝਦਾ ਹੈ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ। ਇਸ ਕਰਕੇ ਸੱਚ ਤੋਂ ਬਿਨਾਂ ਕੋਈ ਅੱਜ ਤੱਕ ਪਵਿੱਤਰ ਨਹੀਂ ਹੋਇਆ। ਅੰਦਰੋਂ ਝੂਠੇ ਪੈਜ, ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਹਾਵੇ ਉਤਰੇ ਨਾ ਹੀ ਮੈਲ। ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੋ ਲੱਗਾ, ਰਬ ਛੇਤੀ ਦੇਖਣੇ ਵਿਚਾਰ। ਇਸ ਕਰਕੇ ਜੇ ਕਿਸੇ ਨੇ ਪਾਕ ਪਵਿੱਤਰ ਅੰਦਰੋਂ ਸਾਫ਼ ਹੋਣਾ ਤੇ ਸੱਚ ਤੋਂ ਬਿਨਾਂ ਮਹਾਰਾਜ ਜੀ ਕਹਿੰਦੇ ਕਦੀ ਸਾਫ਼ ਨਹੀਂ ਹੋ ਸਕਦਾ। ਸੱਚ ਤੋਂ ਬਿਨਾਂ ਕਦੀ ਪਵਿੱਤਰ ਹੋ ਨਹੀਂ ਸਕਦਾ। ਸੱਚ ਨੂੰ ਸੁਣਨਾ ਪਏਗਾ, ਸੱਚ ਨੂੰ ਕਮਾਉਣਾ ਪਏਗਾ, ਸੱਚ ਦੇ ਰਾਹ ਤੇ ਚੱਲਣਾ ਪਏਗਾ। ਉਹ ਹੀ ਇਨਸਾਨ ਨੂੰ ਸੱਚਾ ਮਨੁੱਖ ਆਖਿਆ ਜਾਂਦਾ ਹੈ। ਸੋ ਇਸ ਕਰਕੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸੁੱਚਾ ਤੇ ਸੱਚਾ, ਇਹ ਕੋਈ ਆਪਣੇ ਆਪ ਨਹੀਂ ਬਣ ਸਕਦਾ, ਗੱਲਾਂ ਦੇ ਨਾਲ ਨਹੀਂ ਬਣ ਸਕਦਾ। ਇਹ ਪ੍ਰੈਕਟੀਕਲ ਜੀਵਨ ਦੇ ਨਾਲ, ਜਿਹੜਾ ਗੁਰਮਤਿ ਦੁਆਰਾ ਪ੍ਰੈਕਟੀਕਲ ਜੀਵਨ ਮਿਲਦਾ ਹੈ ਨਾ, ਉਹਦੇ ਨਾਲ ਹੀ ਸੱਚਾ ਤੇ ਸੁੱਚਾ ਹੋ ਸਕਦਾ। ਕਿਉਂਕਿ ਬਾਣੀ ਦੇ ਵਿੱਚ ਵੀ ਆਰੰਭ ਵਿੱਚ ਹੀ ਇਹ ਪੰਕਤੀਆਂ ਹਨ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲੈ ਉਤਾਰ। ਭਾਵੇਂ ਕੋਈ ਲੱਖਾਂ ਇਸ਼ਨਾਨ ਕਰ ਲਾਵੇ, ਭਾਵੇਂ ਲੱਖਾਂ ਵਾਰੀ ਤੀਰਥਾਂ ਤੇ ਜਾ ਕੇ ਜੋ ਮਰਜ਼ੀ ਕਰਮ ਕਾਂਡ ਕਰ ਲਵੇ, ਇਹਦੇ ਨਾਲ ਮਹਾਰਾਜ ਜੀ ਕਹਿੰਦੇ ਸੁੱਚ ਨਹੀਂ ਆਉਂਦੀ। ਅੰਦਰ ਸੁੱਚ ਹੋਵੇ ਤਾਂ ਸੱਚ ਪਾਈਏ। ਅੰਦਰ ਹੋ, ਅੰਦਰ ਭਾਵਨਾ ਬਹੁਤ ਪਿਆਰੀ ਹੋਵੇ, ਅੰਦਰ ਜੀਵਨ ਬੜਾ ਸੱਚਾ ਹੋਵੇ, ਵਿਚਾਰ ਬੜੇ ਅੱਛੇ ਹੋਣ, ਉਹ ਬੰਦਾ ਸੱਚਾ ਤੇ ਸੁੱਚਾ ਹੁੰਦਾ। ਬਾਹਰਲੀ ਦਿਖਾਵੇ ਦੇ ਨਾਲ ਆਪਣੇ ਆਪ ਨੂੰ ਧੋਖਾ ਦੇਣਾ ਹੈ, ਦੂਸਰੇ ਨੂੰ ਤੇ ਦੇਣਾ ਹੀ ਹੈ, ਆਪਣੇ ਆਪ ਨੂੰ ਵੀ ਧੋਖਾ ਦੇਣਾ ਹੈ। ਇਸ ਕਰਕੇ ਸੁੱਚਾ ਜੇ ਕਿਸੇ ਨੇ ਹੋਣਾ ਤੇ ਸੱਚ ਦੇ ਨਾਲ ਜੁੜਨਾ ਪਏਗਾ, ਸੱਚ ਨੂੰ ਕਮਾਉਣਾ ਪਏਗਾ। ਸਾਚ ਬਿਨਾ ਕਹਿ ਹੋਵ ਸੋਚਾ, ਬਿਰਥਾ ਨਾਮ ਬਿਨਾ ਤਨ ਅੰਧ। ਮੁਖ ਆਵਤ ਤਾਕੈ ਦੁਰਗੰਧ। ਨਾਮ ਤੋਂ ਬਿਨਾ ਸਰੀਰ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਇੱਕ ਅੰਨੇ ਬੰਦੇ ਦਾ ਸਰੀਰ ਹੁੰਦਾ, ਅੰਨੇ ਬੰਦੇ ਦੀ ਬਾਡੀ ਹੁੰਦੀ ਹੈ। ਅੰਨੇ ਬੰਦੇ ਕੋਲ ਹੱਥ ਵੀ ਹੁੰਦੇ ਨੇ, ਪੈਰ ਵੀ ਹੁੰਦੇ ਹਨ, ਜ਼ੁਬਾਨ ਵੀ ਹੁੰਦੀ ਹੈ, ਸੋਚ ਵੀ ਹੁੰਦੀ ਹੈ, ਪਰ ਉਸਨੂੰ ਦਿਸਦਾ ਨਹੀਂ ਕੁਝ ਵੀ। ਇਸ ਕਰਕੇ ਨਾ ਉਹ ਆਪਣੇ ਹੱਥਾਂ ਦਾ ਇਸਤੇਮਾਲ ਪ੍ਰੋਪਰ ਕਰ ਸਕਦਾ, ਕਿਉਂਕਿ ਉਸਨੂੰ ਦਿਸਦਾ ਨਹੀਂ। ਕੋਈ ਦਿਸੇ ਤੇ ਤਾਂ ਹੀ ਆਪਣੇ ਹੱਥਾਂ ਦਾ ਇਸਤੇਮਾਲ ਵਧੀਆ ਢੰਗ ਨਾਲ ਕਰੇ। ਨਾ ਉਹ ਆਪਣੇ ਕਦਮਾਂ ਦੇ ਨਾਲ ਜਾ ਕੇ ਕਿਧਰੇ ਬਹਿ ਸਕਦਾ, ਉੱਠ ਸਕਦਾ, ਤੇ ਨਾ ਹੀ ਉਹ ਦਿਮਾਗ ਨਾਲ ਕਿਸੇ ਚੀਜ਼ ਨੂੰ ਦੇਖ ਕੇ ਕੁਝ ਪਲਾਨ ਬਣਾ ਸਕਦਾ, ਸੋਚ ਸਕਦਾ, ਕਿਉਂਕਿ ਉਹ ਅੱਖਾਂ ਤੋਂ ਅੰਨਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਬਿਰਥਾ ਨਾਮ ਬਿਨਾ ਤਨ ਅੰਧ। ਤਨ ਇਸ ਤਰ੍ਹਾਂ ਹੈ ਜਿਵੇਂ ਅੰਨੇ ਮਨੁੱਖ ਦਾ ਸਰੀਰ ਕਿਸੇ ਕੰਮ ਦਾ ਨਹੀਂ ਨਾ। ਅੰਨੇ ਮਨੁੱਖ ਦੇ ਬਾਕੀ ਬੋਡੀ ਪਾਰਟ ਵੀ ਬਹੁਤੇ ਜਿਹੜੇ ਨੇ ਕੰਮ ਦੇ ਨਹੀਂ। ਠੀਕ ਹੈ, ਕੰਮ ਆਉਂਦੇ ਨੇ, ਪਰ ਉਹ ਵੀ ਮੁਹਤਾਜ ਹੁੰਦੇ ਨੇ, ਕਿਉਂਕਿ ਅੱਖੀਆਂ ਨਹੀਂ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਸੇ ਤਰ੍ਹਾਂ ਹੀ ਸਾਕਤ ਬੰਦੇ ਦਾ ਤਨ ਇੱਕ ਅੰਨੇ ਬੰਦੇ ਦੀ ਤਰ੍ਹਾਂ ਹੀ ਹੈ, ਉਹ ਵੀ ਕਿਸੇ ਕੰਮ ਦਾ ਨਹੀਂ ਤੇ ਇਹ ਵੀ ਕਿਸੇ ਕੰਮ ਦਾ ਨਹੀਂ। ਇਸ ਕਰਕੇ ਬਾਣੀ ਦੀ ਇੱਕ ਹੋਰ ਪੰਕਤੀ ਹੈ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ
ਬਿਦਾਰਿਆਂ। ਇਸ ਤਰ੍ਹਾਂ ਬਾਣੀ ਵਿੱਚ ਲਿਖਿਆ। ਸੋ ਸਾਕਤ ਦੀ ਸੰਗਤ ਬੜੀ ਮਾੜੀ ਹੈ। ਸਾਕਤ ਦਾ ਸੰਗ ਡੋਬ ਦਿੰਦਾ। ਇਸ ਲਈ ਉਸ ਦੇ ਕੋਲੋਂ ਹਮੇਸ਼ਾ ਹੀ ਮੈਂ ਮੇਰੀ ਦੀ, ਝੂਠ ਦੀ, ਭਰਮ ਦੀ, ਦੁਬਦਾ ਦੀ, ਦਲੀਲ ਦੀ, ਬਹਿਸ ਦੀ, ਮਖੌਲ ਦੀ, ਇਹ ਸਾਰੀਆਂ ਤਰ੍ਹਾਂ ਦੀ ਬਦਬੂ ਆਉਂਦੀ ਰਹੇਗੀ, ਆਏਗੀ। ਮੁਖ ਆਵਤ ਤਾਕੇ ਦੁਰਗੰਧ, ਔਗਣਾਂ ਦੀ ਬਦਬੂ, ਮਾੜੀਆਂ ਚੀਜ਼ਾਂ ਦੀ, ਮਾੜੇ ਜਿਹੜੇ ਔਗਣ ਹੁੰਦੇ ਨੇ ਉਹਨਾਂ ਦੀ ਬਦਬੂ ਜਿਹੜੀ ਹੈ ਉਹ ਹਮੇਸ਼ਾ ਉਸਦੇ ਕੋਲ ਆਉਂਦੀ ਰਹੇਗੀ। ਮੁਖ ਆਵਤ ਤਾਕੇ ਦੁਰਗੰਧ। ਐਸੇ ਮਨੁੱਖ ਦਾ ਜੀਵਨ ਸਤਿਗੁਰੂ ਜੀ ਫਰਮਾਨ ਕਰਦੇ ਨੇ, ਬਿਨ ਸਿਮਰਨ ਦਿਨ ਰੈਨ ਬਿਰਤਾ ਵਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਨਾਮ ਤੋਂ ਹੀਣੇ ਬੰਦੇ ਦਾ ਜੀਵਨ ਮਹਾਰਾਜ ਜੀ ਕਹਿੰਦੇ ਇਸ ਪ੍ਰਕਾਰ ਬਿਰਥਾ ਜਾਂਦਾ ਹੈ ਜਿਵੇਂ ਕਿਸੇ ਖੇਤੀ ਨੂੰ ਪਾਣੀ ਨਾ ਦਿੱਤਾ ਜਾਏ। ਕਿਸੇ ਪੈਲੀ ਨੂੰ, ਖੇਤ ਨੂੰ, ਉਸ ਵਿੱਚ ਬੀਜੀ ਹੋਈ ਫਸਲ ਨੂੰ, ਜਿਵੇਂ ਹੁਣ ਲਾਭ, ਪਨੀਰੀ ਜਾਂ ਝੋਨਾ ਲਾਇਆ ਜਾਂਦਾ, ਜੇ ਉਸ ਨੂੰ ਅਸੀਂ ਪਾਣੀ ਨਾ ਦਈਏ ਇਹਨਾਂ ਦਿਨਾਂ ਵਿੱਚ ਖਾਸ ਕਰਕੇ, ਉਸ ਪਨੀਰੀ ਦਾ, ਲਾਭ ਦਾ ਜਾਂ ਝੋਨੇ ਦਾ ਕੀ ਹਸ਼ਰ ਹੋਏਗਾ? ਉਹ ਸੜ ਜਾਏਗਾ, ਸੁੱਕ ਜਾਏਗਾ, ਉਹ ਪ੍ਰਫੁੱਲਤ ਨਹੀਂ ਹੋਏਗਾ। ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜੋ ਬੰਦਾ ਧਾਰਮਿਕ ਨਹੀਂ ਹੈ, ਧਾਰਮਿਕ ਖਿਆਲਾਂ ਵਾਲਾ ਨਹੀਂ ਹੈ, ਧਰਮ ਨੂੰ ਫਾਲਤੂ ਸਮਝਦਾ, ਬਕਵਾਸ ਸਮਝਦਾ, ਕਈ ਧਰਮ ਨੂੰ ਗਲਤ ਵੀ ਬੋਲ ਦਿੰਦੇ ਹਨ ਬਹੁਤ ਜ਼ਿਆਦਾ, ਜੋ ਧਰਮ ਨੂੰ ਇਸ ਤਰ੍ਹਾਂ ਬੋਲਦਾ। ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜੀਵਨ ਪਤਾ ਕੈਸਾ? ਕਹਿੰਦੇ ਮੇਘ ਬਿਨਾ ਜਿਉ ਖੇਤੀ ਜਾਏ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ। ਉਹਨਾਂ ਦਾ ਦਿਨ ਰਾਤ 8 ਪਹਿਰ 24 ਘੰਟੇ ਜਿਹੜੇ ਨੇ ਉਹ ਬਿਰਥਾ ਹੀ ਬਤੀਤ ਹੋ ਜਾਂਦੇ ਨੇ, ਕਿਸੇ ਲੇਖੇ ਵਿੱਚ ਨਹੀਂ ਲੱਗਦੇ, ਵੇਸਟ ਹੋ ਜਾਂਦੇ ਹਨ। ਔਰ ਮੇਘ ਬਿਨਾ ਜਿਉ ਖੇਤੀ ਜਾਏ, ਜਿਵੇਂ ਪਾਣੀ ਤੋਂ ਬਿਨਾ ਫਸਲ ਸੁੱਕ ਜਾਂਦੀ ਹੈ, ਇਸੇ ਤਰ੍ਹਾਂ ਹੀ ਮਨੁੱਖ ਬਾਣੀ ਤੋਂ ਬਿਨਾਂ ਵੀ ਜਿਹੜਾ ਹੈ ਉਹ ਬਿਲਕੁਲ ਸੁੱਕ ਜਾਂਦਾ। ਉਹਦੀ ਜ਼ਿੰਦਗੀ ਦੇ ਵਿੱਚ ਹਰਿਆਵਲ ਨਹੀਂ ਰਹਿੰਦੀ। ਹਰਿਆਵਲ ਦਾ ਮਤਲਬ ਖੁਸ਼ਹਾਲੀ ਨਹੀਂ ਰਹਿੰਦੀ। ਤੇ ਜਿਸ ਦੇ ਜੀਵਨ ਵਿੱਚ ਨਾਨਕ ਆ ਗਿਆ, ਨਾਨਕ ਨਾਮੈ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਜਿਸ ਦੇ ਜੀਵਨ ਦੇ ਵਿੱਚ ਸੱਚ ਆ ਗਿਆ, ਸੁੱਚ ਆ ਗਈ, ਭੈ ਆ ਗਿਆ, ਭਾਵ ਆ ਗਿਆ, ਤੇ ਮਹਾਰਾਜ ਜੀ ਕਹਿੰਦੇ ਉਹਦਾ ਜੀਵਨ ਜਿਹੜਾ ਹੈ ਉਹ ਗੁਰਮੁਖਾਂ ਵਾਲਾ, ਉਹਦੀ ਖੇਤੀ ਜਿਹੜੀ ਹੈ ਹਮੇਸ਼ਾ ਹਰੀ ਭਰੀ ਰਹਿੰਦੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸ਼ਟ ਹਰਿਆ। ਉਹਦੀ ਜੀਵਨ ਰੂਪੀ ਖੇਤੀ ਉਹ ਹਮੇਸ਼ਾ ਹਰੀ ਰਹਿੰਦੀ। ਗੁਰ ਵਨ ਤਿੰਨ ਹਰਿਆ ਕੀਤਿਆਂ, ਨਾਨਕਾ ਕਿਆ ਮਨੁੱਖ। ਮਨੁੱਖ ਨੂੰ ਵੀ ਖੁਸ਼ਹਾਲ ਕਰ ਦਿੰਦਾ, ਹਰਾ ਕਰ ਦਿੰਦਾ, ਹਰਿਆ ਭਰਿਆ ਕਰ ਦਿੰਦਾ, ਜੀਵਨ ਸੋਹਣਾ ਬਣਾ ਦਿੰਦਾ ਹੈ। ਕੌਣ? ਸਤਿਗੁਰੂ। ਇਸ ਕਰਕੇ ਬਿਰਥਾ ਉਸ ਦਾ ਜੀਵਨ ਬਤੀਤ ਹੋ ਰਿਹਾ, ਖੇਤੀ ਉਸ ਦੀ ਸੁੱਕ ਰਹੀ ਹੈ। ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਜਿੰਨੇ ਵੀ ਕਾਰਜ ਉਹਦੇ ਵੱਲੋਂ ਕੀਤੇ ਜਾਂਦੇ ਹਨ, ਭਜਨ ਨਾਮ ਸਿਮਰਨ ਤੋਂ ਸਖਣਾ ਹੋ ਕੇ ਜੋ ਵੀ ਕਾਰਜ ਕੀਤੇ ਜਾਂਦੇ ਨੇ, ਚਾਹੇ ਉਹ ਜੌਬ ਕਰਦਾ, ਚਾਹੇ ਉਹ ਸਮਾਜ ਦੇ ਵਿੱਚ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਫੀਲਡ ਦੇ ਵਿੱਚ ਕੁਝ ਵੀ ਕਰਦਾ, ਉਸ ਦੀ ਭਾਵਨਾ ਜਿਹੜੀ ਹੈ ਮੈਂ ਦੀ ਹੈ। ਤੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਉਸ ਦੇ ਸਾਰੇ ਕਾਰਜ, ਸਾਰੇ ਕੰਮ ਬੇਅਰਥ ਹੁੰਦੇ ਹਨ, ਉਹਨਾਂ ਦਾ ਕੋਈ ਅਰਥ ਨਹੀਂ। ਕਿਉਂਕਿ ਬਾਣੀ ਵਿੱਚ ਹੋਰ ਇੱਕ ਪੰਕਤੀ ਵਿੱਚ ਕਲੀਅਰ ਕੀਤਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਸਾਧ ਸੰਗਤ ਭਜ ਕੇਵਲ ਨਾਮ।
ਕੰਮਾਂ ਦਾ ਮਤਲਬ ਇਹ ਨਹੀਂ ਵੀ ਕਿਰਤ ਨੂੰ ਛੱਡਣ ਦੀ ਗੱਲ ਕਹਿੰਦੇ ਨੇ। ਹੋਰ ਕਿਰਤ ਤੋਂ ਇਲਾਵਾ ਅਸੀਂ 50 ਕੰਮ ਫਾਲਤੂ ਹੀ ਕੀ ਕਰਦੇ ਹਾਂ। ਉਹ ਜਿਹੜਾ ਸਮਾਂ ਵੇਸਟ ਕਰਦੇ ਹਾਂ, ਕਿਰਤ ਵਾਲੇ ਸਮੇਂ ਨੂੰ ਨਹੀਂ ਕਿਹਾ, ਸੱਚੀ ਸੁੱਚੀ ਕਿਰਤ ਵਾਲੇ ਸਮੇਂ ਨੂੰ ਨਹੀਂ ਕਿਹਾ। ਉਹ ਸਮਾਂ ਜਿਹੜਾ ਅਸੀਂ ਗੱਲਾਂ ਕਰਕੇ, ਨਿੰਦਿਆ ਕਰਕੇ, ਚੁਗਲੀ ਕਰਕੇ ਜਾਂ ਐਵੇਂ ਐਂਟਰਟੇਨਮੈਂਟ ਕਰਕੇ ਜ਼ਿਆਦਾ ਚਿਰ ਬਤੀਤ ਕਰਦੇ ਹਾਂ, ਇਹ ਉਸ ਨੂੰ ਕਿਹਾ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਉਹਨਾਂ ਦੇ ਇਹ ਕੰਮ ਜਿਹੜੇ ਕਰਦੇ ਨੇ ਨਾ, ਇਹ ਬੇਅਰਥ ਹਨ, ਕਿਸੇ ਕੰਮ ਦੇ ਨਹੀਂ। ਇਸ ਕਰਕੇ ਜੋ ਕਿਰਪਨ ਕੇ ਨਿਰਾਰਥ ਦਾਮ, ਉਹਨਾਂ ਦਾ ਸਰੀਰ ਕੰਮ ਨਹੀਂ ਆਉਂਦਾ। ਕਿਸ ਤਰ੍ਹਾਂ? ਜਿਵੇਂ ਇੱਕ ਕੰਜੂਸ ਬੰਦੇ ਕੋਲ ਧਨ ਹੋਵੇ, ਧਨ ਉਹਦੇ ਕੰਮ ਨਹੀਂ ਆਉਂਦਾ। ਸੂਮ ਬੰਦੇ ਕੋਲ, ਕੰਜੂਸ ਬੰਦੇ ਕੋਲ ਧਨ ਹੋਵੇ, ਜਿਵੇਂ ਧਨ ਉਹਦੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਜਿਹੜਾ ਗੋਬਿੰਦ ਦੇ ਭਜਨ ਤੋਂ ਹੀਣਾ ਮਨੁੱਖ ਹੈ, ਉਹਦੀ ਵੀ ਬੋਡੀ, ਸਰੀਰ, ਮਨ, ਤਨ, ਧਨ ਕਿਸੇ ਵੀ ਕੰਮ ਨਹੀਂ ਆਉਂਦਾ। ਜੋ ਕਿਰਪਨ ਕੇ ਨਿਰਾਰਥ ਦਾਮ, ਜਿਵੇਂ ਕਿ ਕੰਜੂਸ ਦਾ ਆਪਣਾ ਹੀ ਧਨ ਉਹਦੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਹੀ ਉਸ ਮਨਮੁਖ ਸਾਖਤ ਦੀ ਹਾਲਤ ਹੈ ਜੋ ਗੁਰੂ ਤੋਂ ਦੂਰ ਹੀ ਰਹਿਣਾ ਚਾਹੁੰਦਾ, ਗੁਰੂ ਦੇ ਕੋਲ ਰਹਿ ਕੇ ਆਪਣਾ ਜੀਵਨ ਨਹੀਂ ਜਿਉਣਾ ਚਾਹੁੰਦਾ। ਸੋ ਆਖਰੀ ਪੰਕਤੀਆਂ ਅਗਲੀਆਂ। ਧਨ ਧਨ ਤੇ ਜਨ ਜੈ ਘਟ ਬਸਿਓ ਹਰ ਨਾਮ। ਜੋ ਉੱਪਰ ਅਸੀਂ ਪੰਕਤੀਆਂ ਵਿੱਚ ਅਰਥ ਸਰਵਣ ਕੀਤੇ ਨੇ ਸੰਖੇਪ ਦੇ ਵਿੱਚ, ਇਹਦੇ ਉਲਟ ਜੇ ਕੋਈ ਗੁਰਮੁਖ ਇਨਸਾਨ ਬਣ ਚੁੱਕਾ ਹੈ, ਮਤਲਬ ਗੁਰਮਤਿ ਦਾ ਧਾਰਨੀ ਬਣ ਚੁੱਕਾ ਹੈ, ਗੁਰੂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬਚਨਾਂ ਨੂੰ ਕਮਾ ਰਿਹਾ ਜਾਂ ਕਮਾ ਚੁੱਕਾ ਹੈ, ਮਹਾਰਾਜ ਜੀ ਕਹਿੰਦੇ ਉਹ ਧਨ 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 ਤੇ ਜਨ ਜੈ ਘਟ ਬਸਿਓ ਹਰ ਨਾਮ, ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ, ਨਾਨਕ ਤਾਕੈ ਬਲ ਬਲ ਜਾਓ। ਮਹਾਰਾਜ ਜੀ ਫਰਮਾਨ ਕਰਦੇ, ਮੈਂ ਉਹਨਾਂ ਤੋਂ ਸਦਕੇ ਜਾਨਾ, ਮੈਂ ਉਹਨਾਂ ਤੋਂ ਬਲਿਹਾਰਨੇ ਜਾਨਾ, ਜਿਨ੍ਹਾਂ ਦਾ ਐਸਾ ਗੁਰਮਤਿ ਵਾਲਾ ਜੀਵਨ ਬਣ ਗਿਆ ਜਾਂ ਬਣ ਜਾਂਦਾ ਹੈ। ਸੋ ਸਾਧ ਸੰਗਤ ਜੀ, ਇਹ ਸੀ ਅੱਜ ਦੇ ਸ਼ਬਦ ਦੀ ਵਿਚਾਰ, ਬਹੁਤ ਹੀ ਪਿਆਰੀ ਵਿਚਾਰ। ਆਪ ਹੀ ਮਹਾਰਾਜ ਜੀ ਨੇ ਕਿਰਪਾ ਕਰਕੇ ਸੇਵਾ ਲਈ ਹੈ। ਸੋ ਸਾਡਾ ਜੀਵਨ ਜਿਹੜਾ ਬਹੁਤ ਹੀ ਕੀਮਤੀ ਹੈ। ਸਾਨੂੰ ਨਹੀਂ ਕੀਮਤ ਦਾ ਪਤਾ ਲੱਗਦਾ ਜਦੋਂ ਸਰੀਰ ਨਸ਼ਟ ਹੋਣ ਲੱਗਦਾ, ਜਦੋਂ ਕੋਈ ਬੋਡੀ ਪਾਰਟਸ ਖਤਮ ਹੋਣ ਲੱਗਦਾ ਜਾਂ ਤਾਕਤ ਘਟਣ ਲੱਗਦੀ ਹੈ, ਐਨਰਜੀ ਘਟਣ ਲੱਗਦੀ ਹੈ, ਤੇ ਫਿਰ ਮਨੁੱਖ ਨੂੰ ਅਹਿਸਾਸ ਹੁੰਦਾ ਕਿ ਮੇਰੇ ਸਰੀਰ ਦੀ ਕਿੰਨੀ ਕੀਮਤ ਸੀ। ਜਦੋਂ ਮਨੁੱਖ ਦਾ ਸਰੀਰ ਕੰਮ ਕਰਨੋਂ ਹਟਣ ਲੱਗੇ, ਫਿਰ ਮਨੁੱਖ ਕਹੇ ਵੀ ਮੈਂ ਹੁਣ ਕਰਮ ਧਰਮ ਜਾਂ ਸੇਵਾ ਕਰ ਲਵਾਂਗਾ, ਫਿਰ ਉਸ ਕੋਲੋਂ ਇਹ ਚੀਜ਼ ਹੋਣੀ ਨਹੀਂ। ਇਸ ਕਰਕੇ ਸਮਾਂ, ਜਦੋਂ ਸਮਾਂ ਨਹੀਂ ਉਦੋਂ ਕੁਝ ਵੀ ਨਹੀਂ। ਅੱਜ ਸਮਾਂ ਤੇ ਅੱਜ ਸਭ ਕੁਝ ਸੰਭਵ ਹੋ ਸਕਦਾ। ਜਿਵੇਂ ਦਾ ਤੂੰ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ ਹੈ ਇਨਸਾਨ, ਮਹਾਰਾਜ ਜੀ ਫਰਮਾਨ ਕਰਦੇ ਨੇ, ਤੂੰ ਐਸਾ ਬਣ ਸਕਦਾ ਤੇ ਆਪਣੇ ਨਾਲੋਂ ਵਧੀਆ ਅੱਗੇ ਦੂਸਰੇ ਨੂੰ ਬਣਾ ਸਕਦਾ। ਇੱਕ ਟੀਚਰ ਆਪਣੇ ਜਿਹੜਾ ਬੱਚੇ ਨੂੰ ਪੜ੍ਹਾਉਂਦਾ ਹੈ, ਉਸ ਬੱਚੇ ਨੂੰ ਕਿੱਡਾ ਵੱਡਾ ਆਫੀਸਰ ਬਣਾ ਦਿੰਦਾ ਪੜ੍ਹਾਈ ਕਰਵਾ ਕੇ, ਟੀਚਰ ਪ੍ਰੋਫੈਸਰ। ਇਸ ਕਰਕੇ ਉਹ ਤਾਂ ਵੱਡਾ ਬਣਿਆ ਕਿਉਂਕਿ ਜਿਸ ਨੂੰ ਉਸਨੇ ਫੋਲੋ ਕੀਤਾ ਉਹ ਪਹਿਲਾਂ ਆਪ ਐਜੂਕੇਟਡ ਸੀ, ਆਪ ਪੜ੍ਹਿਆ ਸੀ, ਆਪ ਵਿਦਿਆ ਉਸਨੇ ਗ੍ਰਹਿਣ ਕੀਤੀ ਸੀ। ਇਸ ਕਰਕੇ ਜਿਸ ਕੋਲ ਸੱਚ ਹੁੰਦਾ, ਜਿਸ ਕੋਲ ਵਿਦਿਆ ਹੁੰਦੀ, ਜਿਸ ਕੋਲ ਗਿਆਨ ਹੁੰਦਾ, ਚਾਹੇ ਦੁਨਿਆਵੀ ਚਾਹੇ ਆਤਮਿਕ, ਉਸ ਨੂੰ ਆਪਣਾ ਉਸਤਾਦ, ਗੁਰੂ, ਟੀਚਰ ਮੰਨਣਾ ਪਏਗਾ। ਤੇ ਫਿਰ ਮਨੁੱਖ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦਾ, ਨਹੀਂ ਤੇ ਸਫਲ ਨਹੀਂ ਹੋ ਸਕਦਾ ਕਦੀ ਵੀ। ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਦਾ ਨਹੀਂ, ਉਹ ਜ਼ਿੰਦਗੀ ਦੇ ਵਿੱਚ ਸਭ ਕੁਝ ਉਸ ਦੇ ਕੋਲ ਭਾਵੇਂ ਹੈ, ਉਹ ਅਸਫਲ ਵਿਅਕਤੀ ਹੈ, ਸਫਲ ਨਹੀਂ।
ਭਾਵੇਂ ਉਸ ਕੋਲ ਜਿੰਨੀ ਮਰਜ਼ੀ ਪ੍ਰਾਪਰਟੀ ਕਿਉਂ ਨਾ ਹੋਵੇ। ਮਹਾਰਾਜ ਜੀ ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਸੋਹਣੀ ਸ਼ਕਲ ਸੂਰਤ ਜਿੰਨੀ ਮਰਜ਼ੀ ਹੋਵੇ, ਅਤਿ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੈ ਪ੍ਰੀਤ ਨਾਹੀ ਭਗਵੰਤ। ਸੋਹਣੀ ਸੂਰਤ ਜੇ ਕਿਸੇ ਦੀ ਹੋਵੇ ਵੀ, ਸੋਹਣਾ ਸਭ ਕੁਝ ਹੋਵੇ ਵੀ, ਤੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਉਹਦੇ ਪਾਸ ਤੇ ਉਹ ਸਭ ਕੁਝ ਵਿਅਰਥ ਹੈ। ਕੁਝ ਵੀ ਪ੍ਰਮਾਤਮਾ ਰੱਬ ਨੂੰ ਸੋਹਣਾ ਨਹੀਂ ਲੱਗੇਗਾ। ਜਿਨ੍ਹਾਂ ਦੇ ਮਨ ਸਾਫ਼ ਅਤੇ ਸੋਹਣੇ ਬਣੇ, ਉਹਨਾਂ ਨੂੰ ਗੁਰੂ ਮਿਲਿਆ, ਉਹਨਾਂ ਨੂੰ ਪ੍ਰਮਾਤਮਾ ਮਿਲਿਆ ਗਿਆਨ ਰਾਹੀਂ। ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਬਦਲਿਆ ਨਹੀਂ, ਜਿਨ੍ਹਾਂ ਨੇ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ, ਮਹਾਰਾਜ ਜੀ ਫਰਮਾਨ ਕਰਦੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਕੀਤੀ। ਸੋ ਗੁਰੂ ਮਿਹਰ ਕਰੇ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਗੁਰੂ ਨੇ ਕਿਰਪਾ ਕਰਕੇ ਸੇਵਾ ਲਈ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਦੇਸ਼ ਪ੍ਰਦੇਸ਼ ਜੋ ਵੀ ਗੁਰੂ ਕੇ ਪਿਆਰੇ ਸ਼ਬਦ ਨਾਲ ਜੁੜੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੋ ਆਪ ਜੀ ਦੇਖਦੇ ਹੁੰਦੇ ਹੋ, ਇਸ ਨੂੰ ਲਾਈਕ ਜਾਂ ਸ਼ੇਅਰ ਜ਼ਰੂਰ ਕਰਿਆ ਕਰੋ। ਉਹ ਮੈਂ ਆਪਣੇ ਵਾਸਤੇ ਨਹੀਂ ਕਹਿ ਰਿਹਾ, ਕਿਉਂਕਿ ਮੇਰੇ ਕੋਲੋਂ ਮਹਾਰਾਜ ਜੀ ਸੇਵਾ ਜਿਹੜੀ ਹੈ ਉਹ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਪਵਾ ਕੇ ਲੈ ਰਹੇ ਨੇ। ਮੇਰੇ ਨਾਲੋਂ ਜ਼ਿਆਦਾ ਸੇਵਾ ਤੁਸੀਂ ਕਰ ਸਕਦੇ ਹੋ ਸਰਵਣ ਕਰਨ ਵਾਲੇ। ਜੇ ਕਿਸੇ ਦੇ ਵਿਚਾਰਾਂ ਨੂੰ ਸਾਂਝੇ ਕਰ ਦਿੱਤਾ ਜਾਏ, ਸ਼ੇਅਰ ਕਰ ਦਿੱਤਾ ਜਾਏ, ਜਾਂ ਇੰਝ ਵੀ ਕਹਿ ਸਕਦੇ ਹਾਂ ਗੁਰੂ ਦੀ ਸਿੱਖਿਆ ਨੂੰ ਅਸੀਂ ਸਾਂਝਾ ਕਰਨਾ, ਅੱਗੇ ਤੱਕ ਪਹੁੰਚਾਉਣਾ। ਅੱਜ ਇੰਟਰਨੈਟ ਦਾ ਯੁੱਗ ਹੈ। ਅਸੀਂ ਕਹਿੰਦੇ ਆ ਵੀ ਅਸੀਂ ਪ੍ਰਚਾਰ ਪ੍ਰਸਾਰ ਕਿਵੇਂ ਕਰ ਸਕਦੇ ਹਾਂ। ਇਹ ਤੇ ਪ੍ਰਚਾਰਕ ਨੇ ਕਰਨਾ। ਕਿਵੇਂ? ਜਿੰਨਾ ਆਪਣਾ ਪ੍ਰਚਾਰਕ ਦਾ ਰੋਲ ਹੈ, ਜੇ ਅਸੀਂ ਇਸ ਸ਼ਬਦ ਦੀ ਵਿਚਾਰ ਨੂੰ ਅੱਗੇ ਭੇਜਦੇ ਹਾਂ, ਤੋਰਦੇ ਹਾਂ, ਤੇ ਹੋ ਸਕਦਾ ਸਾਡਾ ਉਸ ਪ੍ਰਚਾਰਕ ਨਾਲੋਂ ਵੀ ਜ਼ਿਆਦਾ ਫਾਇਦਾ ਜਾਂ ਭਲਾ ਹੋ ਜਾਏ। ਸਾਡਾ ਸ਼ੇਅਰ ਕੀਤਾ ਜਾਂ ਲਾਈਕ ਕੀਤਾ ਪਤਾ ਨਹੀਂ ਕਿਸੇ ਦੇ ਕੰਮ ਆ ਜਾਏ, ਉਹਦਾ ਬੈਨੀਫਿਟ ਸਾਨੂੰ ਵੀ ਮਿਲ ਸਕਦਾ ਹੈ। ਜਿਹੜਾ ਕਿਸੇ ਦਾ ਭਲਾ ਕਰਦਾ ਹੈ ਨਾ, ਉਹਦਾ ਆਪਣਾ ਭਲਾ ਪਹਿਲਾਂ ਹੋ ਜਾਂਦਾ ਹੈ। ਹੋ ਸਕਦਾ ਅਸੀਂ ਕਿਸੇ ਨੂੰ ਚੰਗੇ ਜੀਵਨ ਦੀ ਸੇਧ ਦਿੱਤੀ ਹੋਵੇ ਤੇ ਸਾਡਾ ਜੀਵਨ ਸਾਡਾ ਆਪਣੇ ਆਪ ਚੰਗਾ ਬਣ ਸਕਦਾ ਹੈ। ਇਸ ਦੇ ਲਈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸੋ ਦੇਸ਼ ਪ੍ਰਦੇਸ਼ ਸਭ ਦਾ ਬਹੁਤ ਧੰਨਵਾਦ ਜੋ ਸ਼ਬਦ ਦੇ ਨਾਲ ਜੁੜੇ। ਇੰਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ